कतिक कर्म कमावने, दोष न काहू जोग। परमेश्वर ते भुलिया, व्यापन सबे रोग। वे मुख होए राम ते, लगन जन्म विजोग। खिन में कौड़े होए गए, जितड़े माया भोग। बिच न कोई कर सकै, किस थै रोवह रोज। कीता किछु न होवै, लिखिया तुर संजोग। वड भागी मेरा प्रभ मिलै, तां उतरे सब वियोग। नानक को प्रभ राख लहे, मेरे साहिब बंदी मोच। कतिक होवै साध संग, बिन सहे सबे सोच। वाहिगुरु जी का खालसा, वाहिगुरु जी की फतेह। वालिए कुल आलम, पतित पावन, कृपा निधान, हालत पलत के राखे, दसों पातशाह के आत्मक स्वरूप साहिब श्री गुरु ग्रंथ साहिब महाराज जी, उन्हां दी पवित्र हजूरी दे अंदर जुड़ बैठी गुरु की वडियाई हुई गुरु रूप साध संगत जी, गुरुदेव सच्चे पातशाह उस परमेश्वर दी रहमत दे सदका अस्सू दा महीना जो बतीत हो चुका है ਅਤੇ ਕੱਤਕ ਦੇ ਮਹੀਨੇ ਦੀ ਆਰੰਭਤਾ ਹੋ ਚੁੱਕੀ ਹੈ। ਉਸ ਮਹੀਨੇ ਦੇ ਬਾਬਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਮਾਝ ਰਾਗ ਦੇ ਅੰਦਰ 12 ਮਾਹਾਂ ਜੀ ਦੀ ਬਾਣੀ ਦੇ ਅੰਦਰ ਇਸ ਮਹੀਨੇ ਪਰਥਾਏ ਜੋ ਸੰਦੇਸ਼ ਸਾਨੂੰ ਬਖਸ਼ਿਸ਼ ਕਰਦੇ ਨੇ, ਜੋ ਹੁਕਮ ਬਖਸ਼ਿਸ਼ ਕਰਦੇ ਨੇ, ਉਸ ਦੀ ਸੰਖੇਪ ਵਿਚਾਰ ਗੁਰਦੇਵ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਆਪ ਸਮੁੱਚੀਆਂ ਸੰਗਤਾਂ ਅਸੀਸ ਬਖਸ਼ਦੀਆਂ ਹੋਈਆਂ ਗੁਰਦੇਵ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਸੀਸ ਨਿਵਾ ਕੇ ਇੱਕ ਵਾਰੀ ਪਿਆਰ ਸਹਿਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਅੱਸੂ ਦਾ ਮਹੀਨਾ ਜੋ ਬਤੀਤ ਹੋਇਆ ਹੈ ਉਸ ਦੇ ਪ੍ਰਤੀ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਆਖਰੀ ਤੁਕ ਦੇ ਅੰਦਰ ਪਵਿੱਤਰ ਬਚਨ ਕੀਤੇ ਨੇ ਕਿ ਅੱਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ। ਉਹ ਜੀਵ ਇਸਤਰੀਆਂ ਸੁਖੀ ਵਸਦੀਆਂ ਨੇ ਅੱਸੂ ਦੇ ਮਹੀਨੇ ਦੇ ਅੰਦਰ ਵਸੀਆਂ ਨੇ ਜਿਨ੍ਹਾਂ ਤੇ ਮਾਇਆ, ਜਿਨ੍ਹਾਂ ਤੇ ਕਿਰਪਾ ਹੋਈ ਉਸ ਪਰਮੇਸ਼ਵਰ ਜੀ ਦੀ। ਤੋ ਦਤਾਰ ਸੱਚੇ ਪਾਤਸ਼ਾਹ ਹੁਣ ਕੱਤਕ ਦੇ ਮਹੀਨੇ ਦੀ ਆਰੰਭਤਾ ਕਰਦੇ ਨੇ ਕਿ
ਕਤਿਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਕਤਿਕ ਕਤਿਕ ਦਾ ਮਹੀਨਾ, ਕਿਉਂਕਿ ਮਹਾਰਾਜ ਜੀ ਨੇ ਸਾਨੂੰ ਸਮਝਾਇਆ, ਕਿਤੇ ਰੁੱਤਾਂ ਦੀ ਪ੍ਰਥਾ ਇਹ ਸਮਝਾਉਂਦੇ ਨੇ, ਜਿੱਥੇ ਸਾਲ ਦੇ ਵਿੱਚ 6 ਰੁੱਤਾਂ ਹੁੰਦੀਆਂ ਨੇ, ਉੱਥੇ ਇਹ ਸਰਦ ਦੀ ਰੁੱਤ ਮਹਾਰਾਜ ਜੀ ਕਹਿੰਦੇ ਨੇ ਆਪਣੀ ਪਵਿੱਤਰ ਬਾਣੀ ਦੇ ਅੰਦਰ, ਜਿੱਥੇ ਰੁੱਤਾਂ ਪ੍ਰਤੀ ਮਹਾਰਾਜ ਜੀ ਨੇ ਸਾਨੂੰ ਸਮਝਾਇਆ। ਰੁੱਤ ਸਰਦ ਅਡੰਬਰੋ, ਅਸੋ ਕਤਿਕੇ ਹਰ ਪਿਆਸ ਜੀਓ। ਇਸ ਰੁੱਤ ਦੇ ਅੰਦਰ ਨਾ ਬਹੁਤਾਤ ਦੇ ਅੰਦਰ ਗਰਮੀ, ਨਾ ਜ਼ਿਆਦਾ ਠੰਡ ਪੈਂਦੀ ਹੈ। ਇਹ ਸਵਾਦਲੀ ਠੰਡੀ ਮਿੱਠੀ ਰੁੱਤ ਹੁੰਦੀ ਹੈ। ਇਸ ਦੇ ਅੰਦਰ ਵੀ ਮਹਾਰਾਜ ਜੀ ਕਹਿੰਦੇ ਨੇ ਕਤਿਕ ਕਰਮ ਕਮਾਵਣੇ, ਜਿਹੜੇ ਨਿੱਤਾ ਪ੍ਰਤੀ ਕਰਮ ਕਰਦਾ ਹੈ। ਕਿਉਂਕਿ ਕਰਮਾਂ ਦੇ ਪ੍ਰਤੀ ਜਿੱਥੇ ਪਰਮੇਸ਼ਵਰ ਸੱਚੇ ਪਾਤਸ਼ਾਹ ਆਪਣੀ ਪਵਿੱਤਰ ਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਕਿ ਕਰਮੀ ਆਪੋ ਆਪਣੀ। ਜੇ ਆਪੋ ਆਪਣੀ ਕਰਮੀ ਹੈ, ਫਿਰ ਕਰਮਾਂ ਪ੍ਰਤੀ ਸੁਚੇਤ ਹੋਣਾ ਪਵੇਗਾ। ਕਿਉਂਕਿ ਇਨਸਾਨ ਕਰਮ ਕਰਦੇ ਹੋਏ, ਸ਼ੁਭ ਕਰਮ ਕਰਨ ਦੇ ਵਾਸਤੇ ਇਹ ਔਖਾ ਲੱਗਦਾ, ਇਸ ਨੂੰ ਮਾੜੇ ਕਰਮ ਕਰਨ ਵਾਸਤੇ ਬੜੀ ਛੇਤੀ ਤਿਆਰ ਹੋ ਜਾਂਦਾ ਹੈ। ਕਰਮਾਂ ਕਰਕੇ ਹੀ ਜਿਹੜੇ ਉਹ ਜਿਹੋ ਜਿਹੇ ਕਰਮ ਕਰਦਾ ਹੈ, ਉਹ ਜਿਹੇ ਇਸ ਦੇ ਸੰਸਕਾਰ ਬਣਦੇ ਨੇ। ਉਹਨਾਂ ਕਰਮਾਂ ਕੀਤੇ ਬਣੇ ਹੋਏ ਸੰਸਕਾਰਾਂ ਦੇ ਨਾਲ ਸੁਭਾਅ ਬਣ ਜਾਂਦਾ ਹੈ। ਉਹਨਾਂ ਕੀਤੇ ਹੋਏ ਕਰਮਾਂ ਦੇ ਅਨੁਸਾਰ, ਸੁਭਾਅ ਦੇ ਅਨੁਸਾਰ ਹੀ ਫਿਰ ਪਰਾਲਬਧ ਬਣ ਜਾਂਦਾ ਹੈ। ਜੇ ਪਰਮੇਸ਼ਵਰ ਦੀ ਰਹਿਮਤ ਹੋਈ, ਇਹ ਕਰਮ ਕੀਤੇ, ਸੋਹਣੇ ਕਰਮ ਕੀਤੇ, ਤਾਂ ਪਰਮੇਸ਼ਵਰ ਜੀ ਨੇ ਸੁੰਦਰ ਸਰੀਰ ਦੇ ਦਿੱਤਾ। ਜੇ ਇਨਸਾਨ ਨੂੰ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਕੋਈ ਦੁੱਖ ਆਇਆ, ਉਹ ਤੇਰੇ ਕਰਮਾਂ ਕਰਕੇ, ਕੋਈ ਤਕਲੀਫ, ਕੋਈ ਪੀੜਾ, ਕੋਈ ਵੀ ਦਰਦ ਹੋਇਆ, ਉਹ ਤੇਰੇ ਕੀਤੇ ਹੋਏ ਕਰਮਾਂ ਕਰਕੇ ਹੈ ਸਾਰਾ ਕੁਝ। ਸਤਿਗੁਰੂ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੇ ਅੰਦਰ ਫਰਮਾਨ ਕਰਦੇ ਨੇ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਇ ਕੇ ਕਿਆ ਤੁਧ ਕਰਮ ਕਮਾਇਆ। ਹੋਰ ਬੜੇ ਕਰਮ ਕਰਦਾ ਰਿਹਾ, ਪਰ ਉਸ ਰੱਬ ਜੀ ਨੂੰ ਯਾਦ ਨਹੀਂ ਕੀਤਾ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜੱਗ ਮੈਂ ਆਇਆ। ਮਹਾਰਾਜ ਜੀ ਕਹਿੰਦੇ ਨੇ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਉਹ ਦਾਤਾ ਤੇ ਮਨ ਨਹੀਂ ਵਸਾਇਆ, ਹੋਰ ਬੜੇ ਕਰਮ ਇਹ ਉਹਨਾਂ ਦੇ ਵਿੱਚ ਉਲਝਿਆ। ਤੋ ਕਰਮਾਂ ਦੇ ਪ੍ਰਤੀ ਈਰਾਨ ਦਾ ਸੂਫੀ ਸੰਤ ਸ਼ੇਖ ਸਾਧ ਜੀ ਕਹਿੰਦਾ ਜੇ ਤੂੰ ਕਿਤੇ ਕਰਮ ਜਿਹੜੇ ਕੀਤੇ ਨੇ, ਜੇ ਮਾੜੇ ਕੀਤੇ ਨੇ, ਉਸ ਦਾ ਫਲ ਤੈਨੂੰ ਭੋਗਣਾ ਪਵੇਗਾ। ਚੰਗੇ ਕੀਤੇ ਤੈਨੂੰ ਚੰਗਾ ਮਿਲ ਜਾਵੇਗਾ। ਕਹਿੰਦੇ ਕੰਮ ਕਾਰਜ ਕਰਕੇ, ਕਰਮ ਕਰਕੇ, ਕਹਿੰਦੇ ਫਿਰ ਮੇਰੇ ਕੋਲ ਨਾ ਆਈ, ਮੇਰੇ ਕੋਲ ਉਸ ਦਾ ਇਲਾਜ ਨਹੀਂ। ਉਹ ਇਲਾਜ ਨਹੀਂ ਕਹਿੰਦੇ। ਉਹ ਲਿਖਦੇ ਨੇ, ਯਾਰੜਾ ਖੁਦ ਕਰਦਾ ਰਾ ਇਲਾਜ ਨੇ। ਕਹਿੰਦੇ ਜਿਹੜੇ ਖੁਦ ਕੀਤੇ ਨੇ, ਫਿਰ ਉਹਨਾਂ ਨੂੰ ਭੁਗਤਣਾ ਵੀ ਪੈਣਾ। ਕਹਿੰਦੇ ਇਹੀ ਨਹੀਂ, ਉਸ ਦਾ ਕਹਿੰਦੇ ਫਿਰ ਤੈਨੂੰ ਉਹ ਭੁਗਤਣੇ ਪੈਣੇ ਨੇ। ਉਸ ਦਾ ਸਿੱਟਾ ਜੇ ਕਿਸੇ ਦੇ ਪ੍ਰਤੀ ਤੂੰ ਸੋਚਿਆ, ਮਾੜਾ ਸੋਚ ਵੀ ਲਿਆ, ਉਸ ਦੇ ਪ੍ਰਤੀ ਵੀ, ਉਹ ਵੀ ਤੇਰਾ ਕਰਮਾਂ ਚ ਗਿਣਿਆ ਜਾਣਾ। ਕਹਿੰਦੇ ਕਰਦਨੀ ਖੁਹਾਇਸ ਔ ਆਮਦਨੀ ਨੇ, ਕਹਿੰਦੇ ਉਹਨਾਂ ਦਾ ਫਿਰ ਸਿੱਟਾ ਹੁਣ ਛੇਤੀ ਭੁਗਤਣਾ ਹੀ ਪੈਣਾ। ਤੋ ਜਿੱਥੇ ਗੁਰਦੇਵ ਸੱਚੇ ਪਾਤਸ਼ਾਹ ਜੀ ਇਨਸਾਨ ਦੀ ਜਿਹੜੀ ਫਿਦਰਤ ਹੈ, ਕਿਉਂਕਿ ਕਤਕ ਦੇ ਅੰਦਰ ਕਰਮ ਕਮਾਏ, ਜੇ ਤਾਂ ਹੋਏ ਚੰਗੇ ਕਰਮ, ਫੇਰ ਤਾਂ ਇਹ ਚਾਹੁੰਦਾ ਕਿ ਮੈਂ ਕੀਤੇ ਨੇ ਆਪਣਾ ਨਾਂ ਲਿਖਾਉਣਾ ਚਾਹੁੰਦਾ। ਜੇ ਕੋਈ ਹੋ ਗਿਆ ਖੋਟਾ ਕਰਮ, ਫਿਰ ਉਸ ਦਾ ਦੋਸ਼ ਦੂਜੇ ਤੇ ਆਇਦ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਗੁਰਦੇਵ ਜੀ ਕਹਿੰਦੇ ਮਤਾਂ ਕਿਸੇ ਹੋਰ ਤੇ ਦੋਸ਼ ਦੇਈਂ, ਕਿਉਂਕਿ ਜੇ ਤੈਨੂੰ ਸੁੱਖ ਮਿਲਿਆ ਉਹ ਵੀ ਤੇਰੇ ਪੂਰਬਲੇ ਕੀਤੇ ਕਰਮਾਂ ਦਾ, ਤੈਨੂੰ ਦੁੱਖ ਮਿਲਿਆ ਉਹ ਵੀ ਤੇਰੇ ਕੀਤੇ ਹੋਏ ਕਰਮਾਂ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਵਿੱਤਰ ਬਾਣੀ ਦੇ ਅੰਦਰ ਕਹਿੰਦੇ ਨੇ,
ਸੁਖ ਦੁਖ ਪੂਰਬ ਜਨਮ ਕੇ ਕੀਏ, ਇਹ ਪੂਰਬਲੇ ਕੀਤੇ ਹੋਏ ਕਰਮ ਦੇ ਸੁਖ ਦੁਖ ਮਿਲੇ ਤੈਨੂੰ। ਸੋ ਜਾਣੈ ਜਿਨ ਦਾਤੈ ਦੀਏ, ਉਹ ਪਰਮੇਸ਼ਵਰ ਜੀ ਜਾਣਦੇ ਜਿਸ ਪਰਮੇਸ਼ਵਰ ਨੇ ਦਿੱਤੇ ਨੇ। ਕਿਸ ਕੋ ਦੋष ਦੇਹ ਤੂੰ ਪ੍ਰਾਨੀ, ਸੋ ਆਪਣਾ ਕੀਆ ਕਰਾਰਾ ਹੈ। ਐ ਜੀਵ ਤੂੰ ਕਿਸ ਨੂੰ ਦੋਸ਼ ਦੇਗਾ, ਇਹ ਤੇ ਤੇਰੇ ਕੀਤੇ ਹੋਏ ਕਰਮਾਂ ਦਾ ਹੀ ਸਾਰਾ ਖੇਲ ਬਣਿਆ ਹੋਇਆ। ਤੇ ਇਹ ਦੋਸ਼ ਜਿਹੜਾ ਹੈ ਹੋਰ ਤੇ ਆਇਦ ਕਰਨਾ ਚਾਹੁੰਦਾ ਹੈ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਭਗਤ ਤਰਲੋਚਨ ਜੀ ਆਪਣੀ ਬਾਣੀ ਦੇ ਅੰਦਰ ਲਿਖਦੇ ਨੇ, ਪੂਰਬਲੋ ਕਿਰਤ ਕਰਮ ਨਾ ਮਿਟੈ ਰੀ ਕਰ ਗਹਿਣ, ਤਾਂ ਚੇ ਮੋਹਿ ਜਾਪੀਐ ਦੇ ਰਾਮ ਚੇ ਨਾਮ। ਪੂਰਬ ਦੇ ਕੀਤੇ ਹੋਏ ਕਰਮ ਜਿਹੜੇ ਕਹਿੰਦੇ ਉਹ ਮਿਟਦੇ ਨਹੀਂ, ਤਾਂ ਤੇ ਪਰਮੇਸ਼ਵਰ ਦਾ ਨਾਮ ਜਪ ਲੈ ਕਹਿੰਦੇ, ਕਿਉਂਕਿ ਉਹਨਾਂ ਦੀ ਧਰਮ ਸੁਪਤਨੀ ਰੱਬ ਜੀ ਦੀ ਨਿੰਦਾ ਕਰਦੀ ਹੈ। ਉਹ ਤੇ ਰੱਬ ਜੀ ਦੀ ਨਿੰਦਾ ਇੱਕ ਵਾਰ ਕੀਤੀ ਹੋਣੀ, ਐ ਜੀਵ ਤੂੰ ਪਤਾ ਨਹੀਂ ਕਿਤਨੇ ਇੱਕ ਵਾਰ ਕਰਦਾ। ਪਵਿੱਤਰ ਬਾਣੀ ਦੇ ਅੰਦਰ ਉਹ ਲਿਖਦੇ ਨੇ, ਨਾਰਾਇਣ ਨਿੰਦਸ ਕਾਹੇ ਭੁੱਲੀ ਗਵਾਰੀ। ਐ ਜੀਵ ਇਸਤਰੀ, ਇਹ ਸਾਨੂੰ ਸਮਝਾਉਣ ਵਾਸਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਉਸ ਵੇਲੇ ਬਚਨ ਕੀਤੇ ਤੇ ਹੁਣ ਸਾਡੇ ਵਾਸਤੇ ਵੀ ਇਹ ਨੇ। ਕਿਉਂ ਉਸ ਨਾਰਾਇਣ ਉਸ ਰੱਬ ਜੀ ਦੀ ਨਿੰਦਾ ਕਿਉਂ ਕਰਦੀ ਹੈ? ਦੋ ਕਿਰਤ ਸੁਕਿਰਤ ਥਾਰੋ ਕਰਮ ਰੀ, ਚੰਗੇ ਮਾੜੇ ਜਿਹੜੇ ਕੀਤੇ ਨੇ ਇਹ ਤੇਰੇ ਕਰਮਾਂ ਦੇ ਕੀਤੇ ਦਾ ਫਲ ਹੈ ਸਾਰਾ। ਸੋ ਇਹ ਜੀਵ ਜਿਹੜਾ ਹੈ, ਜੇ ਕੱਤਕ ਦੇ ਮਹੀਨੇ ਦੇ ਅੰਦਰ ਕਰਮ ਕੀਤੇ ਨੇ ਤਾਂ ਮਹਾਰਾਜ ਜੀ ਕਹਿੰਦੇ ਨੇ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਮਤਾਂ ਭੁੱਲ ਕੇ ਵੀ ਕਿਸੇ ਹੋਰ ਤੇ ਦੋਸ਼ ਆਇਦ ਕਰੀ। ਇਹ ਸਾਰਾ ਕੁਝ ਕੀਤਾ ਹੋਇਆ ਤੇਰੇ ਕਰਮਾਂ ਦਾ। ਪਵਿੱਤਰ ਬਾਣੀ ਦੇ ਬਚਨ ਨੇ, ਮਹਾਰਾਜ ਜੀ ਕਹਿੰਦੇ ਨੇ, ਦੱਦੇ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਤੋ ਜੇ ਪਰਮੇਸ਼ਵਰ ਸੱਚੇ ਪਾਤਸ਼ਾਹ ਕੱਤਕ ਦੇ ਮਹੀਨੇ ਦੀ ਸਵਾਦਲੀ ਰੁੱਤ ਦੇ ਅੰਦਰ ਜਦੋਂ ਇਸ ਜੀਵ ਦਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਪ੍ਰਭੂ ਪਰਮਾਤਮਾ ਪਤੀ ਨਾਲੋਂ ਵਿਛੋੜਾ ਰਿਹਾ, ਤਾਂ ਇਹ ਫਿਰ ਕਿਤੇ ਆਪਣੇ ਕਰਮਾਂ ਦਾ ਸਿੱਟਾ ਹੈ। ਇਹ ਕਿਸੇ ਹੋਰ ਦਾ ਦੋਸ਼ ਨਹੀਂ, ਕਿਸੇ ਹੋਰ ਤੇ ਦੋਸ਼ ਆਇਦ ਨਹੀਂ ਕੀਤਾ ਜਾ ਸਕਦਾ। ਇੱਕ ਤੇਰੇ ਜਦੋਂ ਪਰਮੇਸ਼ਵਰ ਪਰਮਾਤਮਾ ਉਸ ਅਕਾਲ ਪੁਰਖ ਤੋਂ ਇਸ ਜੀਵ ਪ੍ਰਾਣੀ ਨੂੰ ਵਿਛੋੜਾ ਪਿਆ, ਤਾਂ ਫਿਰ ਇਹ ਕੀਤੇ ਹੋਏ, ਇਸਦੇ ਕੀਤੇ ਹੋਏ ਕਰਮਾਂ ਦਾ ਹੀ ਸਾਰਾ ਫਲ ਹੈ। ਗੁਰਦੇਵ ਜੀ ਅੱਗੇ ਪਵਿੱਤਰ ਬਚਨ ਕਰਦੇ ਨੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਉਸ ਪਰਮੇਸ਼ਰ ਉਸ ਰੱਬ ਜੀ ਤੋਂ ਭੁੱਲਿਆ, ਉਸ ਦੀ ਯਾਦ ਤੋਂ ਖੁੰਝਿਆ। ਵਿਆਪਨ ਜ਼ੋਰ ਪਾ ਲੈਂਦੇ ਨੇ, ਕੀ ਜ਼ੋਰ ਪਾ ਲੈਂਦੇ ਨੇ? ਸਭੇ ਰੋਗ, ਸਾਰੇ ਹੀ ਰੋਗ ਇਸ ਜੀਵ ਨੂੰ ਆ ਕੇ ਲੱਗ ਜਾਂਦੇ ਜਦੋਂ ਪਰਮੇਸ਼ਵਰ ਦੀ ਯਾਦ ਵਿਸਰ ਜਾਵੇ, ਉਸ ਨੂੰ ਯਾਦ ਨਹੀਂ ਜਦੋਂ ਇਹ ਕਰਦਾ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਬਚਨ ਕਰਦੇ ਨੇ, ਕਹਿੰਦੇ ਜਦੋਂ ਮੈਂ ਉਸ ਪਰਮਾਤਮਾ ਨੂੰ ਯਾਦ ਕਰਦਾ ਫਿਰ ਮੈਨੂੰ ਆਤਮਿਕ ਜੀਵਨ ਮਿਲਦਾ ਹੈ, ਪਰ ਜਦੋਂ ਮੈਂ ਉਹਨੂੰ ਵਿਸਰ, ਉਹ ਭੁੱਲ ਜਾਂਦਾ ਹੈ, ਉਸ ਦੀ ਯਾਦ ਮੇਰੇ ਤੋਂ ਖੁੰਝ ਜਾਂਦੀ ਹੈ, ਫਿਰ ਕਹਿੰਦੇ ਆਤਮਿਕ ਮੌਤ ਹੁੰਦੀ। ਉਹ ਸਮਝਾਉਣ ਵਾਸਤੇ ਸਾਨੂੰ ਮਹਾਰਾਜ ਜੀ ਨੇ ਲਿਖਿਆ, ਆਖਾ ਜੀਵਾ ਵਿਸਰੇ ਮਰ ਜਾਓ। ਪਰਮਾਤਮਾ ਦੀ ਯਾਦ, ਜੇ ਉਸ ਪਰਮਾਤਮਾ ਦੀ ਯਾਦ ਹੈ, ਕਹਿੰਦੇ ਜੀਵਨ, ਜੇ ਵਿਸਰ ਗਿਆ ਤਾਂ ਕਹਿੰਦੇ ਫਿਰ ਮੌਤ, ਕਹਿੰਦੇ ਫਿਰ ਮੌਤ, ਆਤਮਿਕ ਮੌਤ ਬਣ। ਭਾਈ ਨੰਦ ਲਾਲ ਜੀ ਬੜੇ ਸੁੰਦਰ ਬਚਨ ਕਰਦੇ ਨੇ, ਕਹਿੰਦੇ ਜੇ ਤਾਂ ਰੱਬ ਜੀ ਦੀ ਯਾਦ ਦੇ ਵਿੱਚ ਉਮਰ ਜਿਹੜੀ ਗੁਜ਼ਰੀ, ਉਹ ਉਮਰ ਧਨਤਾ ਦੇ ਯੋਗ ਹੈ, ਉਹ ਉਮਰ ਲੇਖੇ ਦੇ ਵਿੱਚ ਹੈ। ਉਹ ਲਿਖਦੇ ਨੇ, ਖੁਸ਼ ਅਸਤ ਉਮਰ ਕੇ ਦਰ ਯਾਦ ਬਗੁਜ਼ੁਰਦ ਵਰਨ ਹੈ,
ਉਹ ਉਮਰਾਂ ਧਨ ਹੈ, ਉਹ ਜ਼ਿੰਦਗੀ ਧਨ ਹੈ। ਕਿਹੜੀ? ਜਿਹੜੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੀ ਯਾਦ ਦੇ ਵਿੱਚ ਗੁਜ਼ਰੇ। ਜੇ ਯਾਦ ਵਿੱਚ ਨਾ ਗੁਜ਼ਰੇ, ਜੇ ਭੁੱਲ ਜਾਵੇ ਪਰਮੇਸ਼ਵਰ ਤੇ ਭੁੱਲਿਆ, ਫਿਰ ਕਹਿੰਦੇ ਨੇ ਜੇ ਹਾਸਲ ਅਸਤ ਅਜੀ ਗੁੰਬਦੇ ਕਬੂਦ ਮਰਾ। ਕਹਿੰਦੇ ਫਿਰ ਇਹ ਜਿਹੜਾ ਜੇ ਯਾਦ ਨਹੀਂ ਪਰਮੇਸ਼ਵਰ ਜੀ ਆਇਆ, ਇਸ ਜਿਹੜਾ ਸਰੀਰ ਪਰਮੇਸ਼ਵਰ ਜੀ ਨੇ ਸੁੰਦਰ ਦਿੱਤਾ, ਇਸ ਨੀਲੇ ਗੁੰਬਦ ਸਰੀਰ ਵਿੱਚੋਂ, ਇਸ ਦੇ ਵਿੱਚ ਕਹਿੰਦਾ ਮੇਰਾ ਆਉਣ ਦਾ ਲਾਭ ਹੀ ਕੀ ਸੀ। ਦਤਾਰ ਸੱਚੇ ਪਾਤਸ਼ਾਹ ਜੀ, ਜੇ ਤੇਰੀ ਯਾਦ ਵਿਸਰ ਜਾਵੇ, ਉਹ ਕਹਿੰਦੇ ਨੇ ਦਰ ਆ ਜਮਾ ਕੇ ਨਹੀਂ ਆਈ ਬਿਆਦ ਮੇ ਮਿਰਮ। ਪਰਮੇਸ਼ਵਰ ਜੀ, ਐ ਪਰਮਾਤਮਾ ਜੀ, ਪਰਮੇਸ਼ਵਰ ਤੇ ਭੁੱਲਿਆ। ਦਤਾਰ ਸੱਚੇ ਪਾਤਸ਼ਾਹ ਜੀ, ਐ ਮੇਰੇ ਪ੍ਰੀਤਮ ਜੀ, ਸਤਿਗੁਰੂ ਜੀ, ਜਿਸ ਸਮੇਂ ਤੁਹਾਡੀ ਯਾਦ ਵਿਸਰ ਜਾਵੇ, ਕਹਿੰਦੇ ਉਸ ਸਮੇਂ ਬਗੈਰ ਯਾਦ ਤੋਂ ਜੀ ਜਿਸ ਤਨ ਚ ਸੋਧ ਮਰ। ਫਿਰ ਕਹਿੰਦੇ ਤੇਰੀ ਯਾਦ ਤੋਂ ਬਿਨਾ ਮੇਰੇ ਜੀਵਨ ਦਾ ਲਾਭ ਹੀ ਕੀ ਹੈ? ਕੀ ਕਹਿੰਦਾ ਮੇਰੇ ਜੀਵਨ ਨੂੰ ਮੈਂ ਫਿਰ ਕਰਨਾ ਕੀ ਹੈ ਜੇ ਤੁਹਾਡੀ ਯਾਦ ਵਿਸਰ ਜਾਵੇ? ਤਾਂ ਉਸ ਪਰਮਾਤਮਾ ਤੋਂ ਭੁੱਲਿਆ ਸਾਰੇ ਰੋਗ ਜਿਹੜੇ ਨੇ ਉਹ ਲੱਗ ਜਾਂਦੇ ਨੇ। ਇਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ ਤਿਸ ਲਾਖ ਬੇਦਨ ਜਨ ਆਏ। ਉਹ ਰੱਬ ਜੀ ਵਿਸਰਿਆ, ਫਿਰ ਲੱਖਾਂ ਹੀ ਵੇਦਨਾ ਬਣਦੀਆਂ ਨੇ, ਲੱਖਾਂ ਹੀ ਰੋਗ ਖੜੇ ਹੋ ਜਾਂਦੇ ਨੇ। ਫਿਰ ਕਿਵੇਂ ਇਹ ਰੋਗ ਦੂਰ ਹੋਣ? ਮਹਾਰਾਜ ਜੀ ਕਹਿੰਦੇ ਨੇ, ਹਰ ਅਰਾਧੇ ਅਰੋਗ ਅਣਦਾਈ। ਉਸ ਹਰੀ ਪਰਮਾਤਮਾ ਨੂੰ ਅਰਾਧਨ ਦੇ ਨਾਲ ਅਰੋਗ ਹੋ ਜਾਂਦਾ ਹੈ, ਅਣਦਾਈ ਆਨੰਦਿਤ ਹੋ ਜਾਂਦਾ ਹੈ। ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦੇ ਵਿੱਚ ਇਸ ਤਰ੍ਹਾਂ ਵੀ ਲਿਖਦੇ ਨੇ, ਤੂੰ ਚਾਹਨਾ ਮੇਰੇ ਦੁੱਖ ਮਿਟਣ, ਮੇਰੇ ਰੋਗ ਮਿਟਣ, ਮੈਨੂੰ ਕੋਈ ਰੋਗ ਨਾ ਲੱਗੇ, ਤਾਂ ਮਹਾਰਾਜ ਜੀ ਕਹਿੰਦੇ ਨੇ ਦੁੱਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ। ਤੇਰੇ ਦੁੱਖ, ਤੇਰੇ ਰੋਗ, ਤੇਰੇ ਕਲੇਸ਼ ਸਭ ਕੁਝ ਹੀ ਮਿਟ ਸਕਦੇ ਨੇ ਬਸ ਜੇ ਤੂੰ ਰੱਬ ਜੀ ਦੀ ਪਵਿੱਤਰ ਬਾਣੀ ਜਪੇਗਾ, ਜੇ ਉਸ ਨੂੰ ਯਾਦ ਆਪਣੇ ਹਿਰਦੇ ਦੇ ਵਿੱਚ ਵਸਾਵੇਗਾ, ਜੇ ਉਸ ਨੂੰ ਸਦਾ ਹੀ ਯਾਦ ਰੱਖੇਗਾ। ਜੇ ਭੁੱਲ ਗਿਆ ਫਿਰ ਰੋਗ, ਜੇ ਯਾਦ ਰਿਹਾ ਤਾਂ ਆਨੰਦਿਤ। ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਪਵਿੱਤਰ ਬਚਨ ਕਰਦੇ, ਵੇ ਮੁਖ ਹੋਏ RAM ਤੇ ਲਗਨ ਜਨਮ ਵਿਜੋਗ। ਜੇ RAM ਤੋਂ, ਉਸ ਰਮੇ ਹੋਏ RAM ਤੋਂ ਜਿਹੜਾ ਸਾਰੇ ਸੰਸਾਰ ਦੇ ਵਿੱਚ ਰਮਿਆ, ਜਿਸ ਨੂੰ ਮਹਾਰਾਜ ਜੀ ਕਹਿੰਦੇ ਨੇ ਰਾਮ ਰਾਮ ਕਰਤਾ ਜਗ ਫਿਰੈ RAM ਨਾ ਪਾਇਆ ਜਾਏ, ਉਸ ਰਮੇ ਹੋਏ ਰੱਬ ਜੀ ਨੂੰ ਜੇ ਰੱਬ ਜੀ ਤੋਂ ਬੇਮੁਖ ਹੋ ਗਿਆ, ਉਸ ਵੱਲ ਪਿੱਠ ਕਰ ਲਈ, ਫਿਰ ਕਹਿੰਦੇ ਇਸ ਨੂੰ ਜਨਮਾਂ ਜਨਮਾਂਤਰਾਂ ਦੇ ਰੋਗ ਲੱਗ ਜਾਣਗੇ, ਵਿਜੋਗ ਪੈ ਜਾਣਗੇ, ਵਿਛੋੜੇ ਪੈ ਜਾਣਗੇ ਲੰਮੇ। ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਜਿਸ ਨੂੰ ਮਹਾਰਾਜ ਜੀ ਪਵਿੱਤਰ ਬਾਣੀ ਦੇ ਅੰਦਰ ਕਹਿੰਦੇ ਨੇ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵਿਵੇਕਿਆ ਜਾਏ। ਸਤਿਗੁਰੂ ਜੀ ਕਹਿੰਦੇ ਅਨੇਕ ਜੁਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਤਾਂ ਉਸ ਪਰਮੇਸ਼ਵਰ ਜੀ ਤੋਂ ਬੇਮੁਖ ਹੋਇਆ ਜਨਮਾਂ ਜਨਮਾਂਤਰਾਂ ਦੇ ਇਸ ਨੂੰ ਲੰਮੇ ਵਿਛੋੜੇ ਫਿਰ ਉਹ ਜਿਹੜੇ ਉਹ ਪੈ ਜਾਂਦੇ ਨੇ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਖਿਨ ਯਾਨੀ ਇੱਕ ਛਿਣ ਦੇ ਅੰਦਰ ਕੌੜੇ ਹੋ ਗਏ, ਮਾਇਆ ਦੀਆਂ ਜਿਹੜੀਆਂ ਮੌਜਾਂ ਕੀਤੀਆਂ ਸਨ, ਜਿਹੜਾ ਮਾਇਆ ਦੇ ਨਾਲ ਉਹ ਉਹਨਾਂ ਦੇ ਭੋਗ ਭੋਗੇ ਸਨ,
ਉਹਨਾਂ ਨੂੰ ਜਿਹੜੀਆਂ ਪਰਮੇਸ਼ਵਰ ਸੱਚੇ ਪਾਤਸ਼ਾਹ ਨੇ ਦਿੱਤੀਆਂ, ਅਕਾਲ ਪੁਰਖ ਨੇ ਜਿਹੜੀ ਮਾਇਆ ਦੀਆਂ ਮੌਜਾਂ ਦੇ ਵਿੱਚ ਮਸਤ ਹੋ ਗਿਆ, ਉਸ ਮਾਇਆ ਦੀ ਖਾਤਰ ਰੱਬ ਜੀ ਨੂੰ ਭੁਲਾ ਦਿੱਤਾ, ਜਿਸ ਨੂੰ ਮਹਾਰਾਜ ਜੀ ਕਹਿੰਦੇ ਦਾਤ ਪਿਆਰੀ ਵਿਸਰਿਆ ਦਾ ਤਾਰਾ। ਉਹਨਾਂ ਦੇ ਭੋਗਾਂ ਦੇ ਵਿੱਚ ਹੀ ਮਸਤ ਰਹੇ, ਰੱਬ ਜੀ ਨੂੰ ਭੁਲਾ ਦਿੱਤਾ। ਉਹ ਫਿਰ ਇੱਕ ਛਿਣ ਦੇ ਵਿੱਚ ਦੁਖਦਾਈ ਹੋ ਜਾਂਦੀਆਂ। ਉਹ ਹੈ ਤੇ ਇਹਨੂੰ ਲੱਗਦੀਆਂ ਮਿੱਠੀਆਂ ਸਨ, ਜਿਸ ਨੂੰ ਫਰੀਦ ਸਾਹਿਬ ਆਪਣੀ ਪਵਿੱਤਰ ਬਾਣੀ ਦੇ ਅੰਦਰ ਕਹਿੰਦੇ ਨੇ, ਦੇਖ ਫਰੀਦਾ ਜੇ ਥਿਆ ਸ਼ੱਕਰ ਹੋਈ ਵਿਸ। ਫਰੀਦ ਜੀ ਕਹਿੰਦੇ ਨੇ ਉਹ ਜਿਹੜੇ ਮਿੱਠੇ ਪਦਾਰਥ ਜਿਨ੍ਹਾਂ ਨੂੰ ਉਹਨਾਂ ਨੂੰ ਲੱਗਦੇ ਸਨ, ਉਹਨਾਂ ਨੂੰ ਭੋਗਦਾ ਸੀ, ਉਹਨਾਂ ਭੋਗਾਂ ਨੂੰ ਕਹਿੰਦੇ ਉਹ ਫਿਰ ਜਿਹੜੇ ਮਿੱਠੇ ਸਨ ਉਹ ਕੌੜੇ ਲੱਗਣ ਲੱਗ। ਸਾਈਂ ਬਾਝੋਂ ਆਪਣੇ ਵੇਦਨ ਕਹੀ ਹੈ ਕਿ ਹੁਣ ਇਹ ਵੇਦਨਾ ਕਹਾਂ ਵੀ ਕਿਸ ਨੂੰ, ਉਸ ਆਪਣੇ ਪਰਮਾਤਮਾ ਤੋਂ ਬਿਨਾਂ, ਆਪਣੇ ਸਾਈਂ ਰੱਬ ਜੀ ਤੋਂ ਬਿਨਾਂ। ਮਿੱਠਾ ਕਰਕੇ ਖਾਇਆ, ਪਵਿੱਤਰ ਬਚਨ ਨੇ, ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ। ਹੁਣ ਉਹ ਭੋਗ ਭੋਗੇ ਤਾਂ ਮਿੱਠੇ ਲੱਗਦੇ ਸਨ ਬੜੇ, ਪਰ ਉਹਨੇ ਸਰੀਰ ਦੇ ਅੰਦਰ ਇੱਕ ਪਰਮਾਨੈਂਟ ਹੀ ਰੋਗ ਪੈਦਾ ਕਰ ਦਿੱਤੇ। ਕਿਹੜੇ ਰੋਗ? ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ, ਤਿਸਤੇ ਉਪਜਿਆ ਸੋਗ। ਉਹ ਜਿਹੜੇ ਮਿੱਠੇ ਜਿਹੜੇ ਲੱਗਦੇ ਸਨ ਉਹ ਫਿਰ ਕੌੜੇ, ਉਹਨਾਂ ਦਾ ਰੂਪ ਬਦਲਿਆ, ਹੁਣ ਕੌੜੇ ਲੱਗਦੇ ਨੇ, ਹੁਣ ਉਹਨਾਂ ਨੂੰ ਭੋਗ ਨਹੀਂ ਸਕਦਾ। ਮਿੱਠਾ ਕਰਕੇ ਖਾਇਆ ਬਹੁਤ ਸਾਧੋਂ ਵਧਿਆ ਰੋਗ, ਸੁਧ ਪਧਾਰ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ। ਫਿਰ ਜਿਹੜਾ ਉਹ ਸੁਧ ਪਰਮਾਤਮਾ ਪਰਮੇਸ਼ਵਰ ਜੀ ਨੂੰ ਉਸ ਨੂੰ ਵਿਸਾਰਿਆ ਸੀ, ਉਸ ਦੇ ਵਿੱਚ ਲੱਗ ਕੇ ਫਿਰ ਵਿਛੋੜਾ ਪੈ ਗਿਆ। ਭੋਗੇ ਤਾਂ ਮਿੱਠੇ ਕਰਕੇ ਸਨ, ਪਰ ਰੋਗ ਵੱਧ ਗਿਆ। ਜਿਵੇਂ ਕਿਸੇ ਨੂੰ ਸ਼ੂਗਰ ਹੋਵੇ, ਉਹ ਹੋਰ ਮਿੱਠਾ ਖਾਈ ਜਾਵੇ, ਫਿਰ ਉਸ ਦੇ ਨਾਲ ਹੈ ਤੇ ਮਿੱਠਾ, ਪਰ ਰੋਗ ਤਾਂ ਫਿਰ ਹੋਰ ਵਧਣਾ ਹੈ। ਉਸ ਪਰਮਾਤਮਾ ਜੀ ਨੂੰ ਕਹਿਣ ਤੋਂ ਭਾਵ ਪਰਮੇਸ਼ਵਰ ਜੀ ਨੂੰ ਛੱਡ ਕੇ ਹੋਰ ਜਿਹੜਾ ਸੁੱਧ ਪਧਾਰ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ, ਉਸ ਨੂੰ ਛੱਡ ਕੇ ਫਿਰ ਇਹਨਾਂ ਦੇ ਵਿੱਚ ਹੀ ਮਸਤ ਰਿਹਾ। ਫਿਰ ਇਹ ਖਿਨਮੈ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ, ਜਿਤੜੇ ਮਾਇਆ ਦੇ ਜਿਹੜੇ ਭੋਗ ਸਨ ਫਿਰ ਉਹ ਦੁਖਦਾਈ ਹੋ ਗਏ। ਸਤਿਗੁਰੂ ਜੀ ਫਿਰ ਅੱਗੇ ਬਚਨ ਕਰਦੇ ਨੇ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ਼। ਹੁਣ ਵਿੱਚ ਕਹਿੰਦੇ ਵਿਚੋਲਾਪਣ ਕੌਣ ਕਰੇ, ਕੌਣ ਵਿਚੋਲਾ ਬਣੇ, ਦੁੱਖ ਕੌਣ ਲਵੇ ਤੇਰੇ, ਕੌਣ ਤੇਰਾ ਦਲਿੱਦਰ ਲਵੇ। ਵੈਸੇ ਵੀ ਜੇ ਕਿਸੇ ਕੋਲ ਆਪਣਾ ਦੁੱਖ ਰੋਵੇ ਤਾਂ ਅੱਗੋਂ ਫਿਰ ਕਹਿੰਦੇ ਦੁੱਖ ਦੀਆਂ ਪੰਡਾਂ ਖੋਲੀਆਂ, ਸੁੱਖ ਨਾ ਨਿਕਲਿਆ ਕੋਈ, ਉਦੋਂ ਅੱਗੋਂ ਫਿਰ ਦੁੱਖ ਦੀਆਂ ਪੰਡਾਂ ਹੀ ਖੁੱਲ ਜਾਂਦੀਆਂ ਨੇ। ਇਸ ਦੁੱਖ ਦੀ ਹਾਲਤ ਦੇ ਵਿੱਚ ਕਿਸੇ ਦੇ ਕੋਲ ਵੀ ਹਰ ਰੋਜ਼ ਰੋਣ ਦਾ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਦੁੱਖ ਤਾਂ ਸੀ ਵਿਛੋੜੇ ਦੇ ਕਾਰਨ, ਦੁੱਖ ਤਾਂ ਸੀ ਪਰਮੇਸ਼ਵਰ ਜੀ ਤੋਂ ਭੁੱਲਣ ਦੇ ਕਾਰਨ, ਦੁੱਖ ਤਾਂ ਸੀ ਪਰਮੇਸ਼ਵਰ ਜੀ ਤੋਂ ਬੇਮੁਖ ਹੋਣ ਦੇ ਕਾਰਨ। ਉਹ ਫਿਰ ਕੌਣ ਵਿਚੋਲਗੀ ਕਰੇ? ਇਹੋ ਜਿਹੇ ਵਿਛੋੜੇ ਵਿੱਚ ਕੋਈ ਵਿਚੋਲਾਪਨ ਨਹੀਂ ਕਰ ਸਕਦਾ। ਕੀਤਾ ਕਿਛੂ ਨ ਹੋਵਈ ਲਿਖਿਆ ਤੁਰ ਸੰਜੋਗ। ਫਿਰ ਕੀਤਾ ਯਾਨੀ ਆਪਣਾ ਹੀ ਕੀਤਾ ਹੋਇਆ ਹੈ, ਧੁਰ ਤੋਂ, ਰੱਬ ਜੀ ਦੀ ਦਰਗਾਹ ਤੋਂ, ਪਰਮੇਸ਼ਵਰ ਜੀ ਦੀ ਦਰਗਾਹ ਤੋਂ। ਹੁਣ ਇਸ ਦੁਖੀ ਜੀਵ ਦੀ ਆਪਣੀ ਤੇ ਪੇਸ਼ ਕੋਈ ਜਾਂਦੀ ਨਹੀਂ, ਕਿਉਂਕਿ ਪਿਛਲੇ ਕੀਤੇ ਕਰਮਾਂ ਅਨੁਸਾਰ, ਇਸ ਦੇ ਧੁਰੋਂ ਹੀ ਲਿਖੇ ਲੇਖਾਂ ਅਨੁਸਾਰ ਇਹ ਸਾਰੀ ਜਿਹੜੀ ਉਹ ਵਿਧ ਬਣਾਈ। ਹੁਣ ਨਹੀਂ ਕੁਝ ਬਣ ਸਕਦਾ, ਕਹਿੰਦੇ ਕੀਤਾ ਕਿਛੂ ਨਾ ਹੋਵੀ ਲਿਖਿਆ ਕੁਛ ਨਹੀਂ ਹੋ ਕੀਤਾ, ਕੁਝ ਨਹੀਂ ਹੋ ਸਕਦਾ। ਕਹਿੰਦੇ ਭਾਈ ਆਪਣੇ ਕੀਤੇ ਹੋਏ ਕਰਮਾਂ ਕਾਰਨ ਹੀ ਸਾਰਾ ਕੁਝ ਹੋਇਆ।
ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਵੱਡ ਭਾਗੀ ਯਾਨੀ ਵੱਡਿਆਂ ਭਾਗਾਂ ਦੇ ਕਰਕੇ ਜਦੋਂ ਕਰਮ ਸਿੱਧੇ ਹੁੰਦੇ ਨਾ ਇਨਸਾਨ ਦੇ, ਜਦੋਂ ਮਹਾਰਾਜ ਜੀ ਕਹਿੰਦੇ ਨੇ ਪੂਰਬ ਕਰਮ ਅੰਕੁਰ ਜੋ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗ। ਜਦੋਂ ਵੱਡਿਆਂ ਭਾਗਾਂ ਕਰਕੇ ਮੇਰਾ ਪ੍ਰਭ ਉਹ ਪਰਮਾਤਮਾ ਸਤਿਗੁਰੂ ਜੀ ਪਰਮੇਸ਼ਵਰ ਜੀ ਮਿਲ ਜਾਣ, ਫਿਰ ਜਿਹੜਾ ਸਭ ਜਿਹੜੇ ਸਾਰੇ ਜਿਹੜੇ ਵਿਯੋਗ ਵਿਛੋੜੇ ਦੇ ਦੁੱਖ ਨੇ, ਕਿਉਂਕਿ ਦੁੱਖ ਤਾਂ ਵਿਛੋੜੇ ਕਰਕੇ ਸੀ ਸਾਰੇ, ਹੁਣ ਭਾਗ ਜਾਗੇ ਵੱਡਿਆਂ ਭਾਗਾਂ ਕਰਕੇ ਰੱਬ ਜੀ ਮਿਲੇ, ਪਰਮਾਤਮਾ ਜੀ ਮਿਲੇ, ਗੁਰੂ ਨੂੰ ਮਿਲੇ, ਗੁਰੂ ਤੇ ਪਰਮਾਤਮਾ ਫਿਰ ਪਰਮੇਸ਼ਵਰ ਜੀ ਮਿਲੇ, ਤਾਂ ਫਿਰ ਵਿਛੋੜੇ ਤੋਂ ਜਿਹੜੇ ਪੈਦਾ ਹੋਏ ਸਾਰੇ ਦੁੱਖ ਸਨ, ਜਿਨੇ ਰੋਗ ਸਨ, ਜਿਨੇ ਦਰਦ ਸਨ, ਉਹ ਸਾਰੇ ਬਸ ਉਹ ਪਰਮੇਸ਼ਵਰ ਜੀ ਮਿਟਾ ਸਕਣ ਤੋਂ ਭਾਵ ਉਹ ਰੱਬ ਜੀ ਹੀ ਮਿਟਾਉਣ ਦੇ ਸਮਰੱਥ ਨੇ। ਜਿੰਨੇ ਰੋਗ ਨੇ, ਜਿੰਨੇ ਦੁੱਖ ਨੇ, ਜਿੰਨੇ ਦਰਦ ਨੇ, ਜਿੰਨੇ ਕਲੇਸ਼ ਨੇ, ਬਸ ਉਹ ਰੱਬ ਜੀ ਹੀ ਮਿਟਾ ਸਕਦੇ ਨੇ। ਬਸ ਵੱਡਿਆਂ ਭਾਗਾਂ ਕਰਕੇ ਉਹ ਰੱਬ ਜੀ ਮਿਲ ਜਾਂਦੇ। ਮਿਲਾਪ ਦੇ ਵਾਸਤੇ ਕੁਝ ਹਿੰਮਤ ਆਪ ਵੀ ਕਰਨੀ ਪਵੇਗੀ, ਰੱਬ ਜੀ ਦੀ ਯਾਦ ਤੇ ਵਸਾਣੀ ਪਵੇਗੀ ਆਪਣੇ ਹਿਰਦੇ ਦੇ ਵਿੱਚ। ਵਸਾਈ ਤੇ ਕੁਝ ਹੋਰ ਹੀ ਫਿਰਦਾ ਹੈ, ਵਿਸਾਰੀ ਰੱਬ ਨੂੰ ਫਿਰਦਾ ਹੈ। ਫਿਰ ਜੇ ਪਰਮੇਸ਼ਵਰ ਕਿਰਪਾ ਕਰ ਦੇਣ, ਵੱਡਿਆਂ ਭਾਗਾਂ ਕਰਕੇ ਰੱਬ ਜੀ ਮਿਲ ਜਾਵੇ, ਤਾਂ ਫਿਰ ਇਹ ਜਿਹੜੇ ਪਏ ਸਾਰੇ ਜਿਹੜੇ ਵਿਛੋੜੇ ਦੇ ਜਿੰਨੇ ਰੋਗ ਸਨ, ਜਿੰਨੇ ਦੁੱਖ ਸਨ, ਜਿੰਨੇ ਦਰਦ ਸਨ, ਉਹ ਸਾਰੇ ਮਿਟ ਜਾਂਦੇ ਨੇ। ਗੁਰਦੇਵ ਸੱਚੇ ਪਾਤਸ਼ਾਹ ਪਵਿੱਤਰ ਬਚਨ, ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੇ ਸਭ ਵਿਯੋਗ। ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਪਵਿੱਤਰ ਬਚਨ ਕਰਦਾ, ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪੰਜਵੇਂ ਸਵਰੂਪ, ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਪਰਮੇਸ਼ਵਰ ਜੀ, ਇਹ ਪਰਮਾਤਮਾ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਤੁਸੀਂ ਮੇਰੇ ਸਾਹਿਬ ਹੋ, ਤੁਸੀਂ ਮੇਰੇ ਮਾਲਕ ਹੋ ਦਾਤਾ ਜੀ, ਤੇ ਤੁਸੀਂ ਬੰਧਨਾਂ ਨੂੰ ਕੱਟਣ ਵਾਲੇ ਹੋ, ਬੰਦੀ ਮੋਚ ਹੋ ਦਾਤਾ ਜੀ, ਤੁਸੀਂ ਬੰਦੀ ਛੋੜ ਦਾਤਾ ਹੋ ਦਤਾਰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਤੁਸੀਂ ਬਾਬਰ ਦੀ ਜੇਲ੍ਹ ਵਿੱਚੋਂ ਉਹਨਾਂ ਦੀ ਬੰਦ ਖਲਾਸੀ ਕਰਾ ਦਿੱਤੀ, ਤੁਸੀਂ ਦੁਨੀਆ ਨੂੰ ਤਾਰ ਦਿੱਤਾ ਦਤਾਰ ਸੱਚੇ ਪਾਤਸ਼ਾਹ। ਤੁਸੀਂ ਬੰਦੀ ਇਹ ਸਾਰੇ ਬੰਧਨਾਂ ਤੋਂ ਛਡਾਉਣ ਵਾਲੇ ਤੁਸੀਂ ਹੋ ਸੱਚੇ ਪਾਤਸ਼ਾਹ। ਇਸ ਮਾਇਆ ਦੇ ਮੋਹ ਤੋਂ ਮੈਨੂੰ ਬਚਾ ਕੇ ਦਤਾਰ ਸੱਚੇ ਪਾਤਸ਼ਾਹ ਮੇਰੇ ਬੰਧਨਾਂ ਨੂੰ ਕੱਟ ਦੇ। ਕਤਿਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਆਖਰੀ ਤੁਕ ਦੇ ਅੰਦਰ ਗੁਰਦੇਵ ਜੀ ਫਰਮਾਨ ਕਰਦੇ ਨੇ ਕਿ ਇਸ ਕੱਤਕ ਦੇ ਮਹੀਨੇ ਦੇ ਅੰਦਰ, ਇਸ ਸੋਹਣੀ ਠੰਡੀ ਮਿੱਠੀ ਰੁੱਤ ਦੇ ਅੰਦਰ, ਜੇ ਵਡਭਾਗੀ, ਜੇ ਵੱਡੇ ਭਾਗਾਂ ਕਰਕੇ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਵੇ, ਜੇ ਸਾਧ ਸੰਗਤ ਮਿਲ ਜਾਵੇ, ਫਿਰ ਉਹਨਾਂ ਦੇ ਨਾਲ ਮਿਲਣ ਦੇ ਨਾਲ ਵਿਛੋੜੇ ਦੁੱਖ ਰੋਗ ਤੇ ਉਹ ਕੱਟੇ ਹੀ ਜਾਣੇ ਨੇ, ਤੇ ਹੋਰ ਜਿਹੜੀਆਂ ਚਿੰਤਾਵਾਂ ਨੇ, ਜਿਹੜੇ ਝੋਰੇ ਨੇ, ਉਹ ਸਾਰੇ ਹੀ ਫਿਕਰ ਮਹਾਰਾਜ ਸੱਚੇ ਪਾਤਸ਼ਾਹ ਜੀ ਖਤਮ ਕਰ ਦੇਣਗੇ। ਕਤਕ ਹੋਵੇ ਸਾਧ ਸੰਗ, ਬਿਨ ਸੇ ਸਭੇ ਸੋਚ। ਸਾਰੀਆਂ ਸੋਚਾਂ ਜਿਹੜੀਆਂ, ਸਾਰੀਆਂ ਚਿੰਤਾਵਾਂ, ਸਾਰੇ ਝੋਰੇ, ਸਾਰੇ ਫਿਕਰ, ਸਾਰੇ ਰੋਗ ਸੋਗ, ਉਹ ਪਰਮੇਸ਼ਵਰ ਕੱਟਣ ਦੇ ਸਮਰੱਥ ਹੈ, ਜੇ ਸਾਧ ਸੰਗ ਕਤਕ ਦੇ ਮਹੀਨੇ ਦੇ ਵਿੱਚ ਮਿਲ ਜਾਵੇ। ਸੋ ਦਤਾਰ ਸੱਚੇ ਪਾਤਸ਼ਾਹ ਪਵਿੱਤਰ ਬਚਨ ਅਗੰਮੀ ਬਾਣੀ ਹੈ ਮਹਾਰਾਜ ਜੀ।
ਇੱਕ ਨਹੀਂ ਬੇਅੰਤ ਬੇਅੰਤ ਗਲਤੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਨੇ। ਗੁਰੂ ਕੀ ਸੰਗਤ ਆਪ ਰਹਿਮਤ ਕਰਕੇ ਮੁਆਫੀ ਦੇ ਦੇਣਾ ਜੀ। ਸਤਿਗੁਰੂ ਸੱਚੇ ਪਾਤਸ਼ਾਹ ਦਇਆਵਾਨ ਨੇ, ਕਿਰਪਾ ਦੇ ਸਾਗਰ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਵੇਂ ਬਚਨ ਕਰਦੇ ਨੇ, ਭੂਲ ਛਿਮੋ ਹਮਰੀ ਪ੍ਰਭ ਆਪਨ ਭੁੱਲਨ ਹਾਰ ਕਹੋ ਕਹ ਮੋਸ। ਦਾਤਾ ਜੀ ਮੇਰੀ ਭੁੱਲਾਂ ਨਾ ਚਤਾਰਿਓ, ਆਪ ਕਿਰਪਾ ਕਰਨੀ, ਮਹਿਰਾਮਤ ਬਖਸ਼ਣੀ। ਸੱਚੇ ਪਾਤਸ਼ਾਹ ਸ਼ੁਭ ਗੁਣ ਸਾਡੇ ਹਿਰਦਿਆਂ ਦੇ ਵਿੱਚ ਵਸਾਉਣ, ਇਹ ਦਇਆ ਮਾਇਆ ਕਰਨ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਵੀ ਸ਼ੁਭ ਕਰਮ ਕਰ ਸਕੀਏ। ਦਤਾਰ ਇਹ ਦਇਆ ਕਰ। ਸੋ ਆਖਰੀ ਤੁਕਾਂ ਪੜ੍ਹ ਕੇ ਆਪਾਂ ਸਮਾਪਤੀ ਕਰਦੇ ਹਾਂ ਜੀ। ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੇ ਸਾਧ ਸੰਗ, ਬਿਨ ਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।